ਪ੍ਰੇਜ਼ ਦ ਲਾਰਡ ਜੀਸਸ ਕ੍ਰਾਈਸਟ। ਸਾਡੀ ਇਸ ਨਵੀਂ ਵਿਆਖਿਆਤਮਕ ਪੇਸ਼ਕਾਰੀ ਵਿੱਚ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਇੱਕ ਅਜਿਹੇ ਸਰੋਤ ਦਾ ਵਿਸ਼ਲੇਸ਼ਣ ਕਰਨ ਜਾ ਰਹੇ ਹਾਂ ਜੋ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਇੱਕ ਬਹੁਤ ਹੀ ਆਮ ਪਰ ਰਹੱਸਮਈ ਹਿੱਸੇ ਬਾਰੇ ਗੱਲ ਕਰਦਾ ਹੈ, ਸਾਡੇ ਸੁਪਨੇ। ਹੁਣ ਇਹ ਸਰੋਤ ਜੋ ਕਿ ਇੱਕ ਡੂੰਘੇ ਪ੍ਰਵਚਨ ਤੇ ਆਧਾਰਿਤ ਹੈ, ਸੁਪਨਿਆਂ ਨੂੰ ਮਹਿਜ਼ ਸਾਡੇ ਦਿਮਾਗ ਦੀ ਉਪਜ ਜਾਂ ਦਿਨ ਭਰ ਦੀਆਂ ਗੱਲਾਂ ਦਾ ਰੀਪਲੇ ਨਹੀਂ ਮੰਨਦਾ, ਬਿਲਕੁਲ ਨਹੀਂ, ਬਲਕਿ ਇਹ ਇਹਨਾਂ ਨੂੰ ਇੱਕ ਬਹੁਤ ਹੀ ਖਾਸ ਅਧਿਆਤਮਿਕ ਸੰਚਾਰ ਦੇ ਮਾਧਿਅਮ ਵਜੋਂ ਪੇਸ਼ ਕਰਦਾ ਹੈ। ਤਾਂ ਆਓ ਦੇਖੀਏ ਕਿ ਇਸ ਪ੍ਰਵਚਨ ਅਨੁਸਾਰ ਜਦੋਂ ਆਪਾਂ ਸੌਂਦੇ ਹਾਂ ਤਾਂ ਸਾਡੇ ਸੁਪਨੇ ਪਿੱਛੇ ਅਸਲ ਵਿੱਚ ਕੀ ਨਿਯਮ ਅਤੇ ਸੰਦੇਸ਼ ਛੁਪੇ ਹੁੰਦੇ ਹਨ। ਸਾਡੀ ਸਰੋਤ ਸਮੱਗਰੀ ਦੀ ਸ਼ੁਰੂਆਤ ਬਿਲਕੁਲ ਇਹਨਾਂ ਹੀ ਸ਼ਬਦਾਂ ਨਾਲ ਹੁੰਦੀ ਹੈ ਅਤੇ ਇਹ ਬਸ ਇੱਕ ਆਮ ਸ਼ੁਰੂਆਤ ਨਹੀਂ ਹੈ, ਇਹ ਬਹੁਤ ਮਹੱਤਵਪੂਰਨ ਹੈ। ਕਿਉਂਕਿ ਇਹ ਵਾਕਾਂਸ਼ ਇਸ ਪੂਰੇ ਪ੍ਰਵਚਨ ਦੀ ਧਾਰਮਿਕ ਬੁਨਿਆਦ ਨੂੰ ਤੈਅ ਕਰਦਾ ਹੈ। ਇਹ ਪਹਿਲੇ ਪਲ ਤੋਂ ਹੀ ਸਪਸ਼ਟ ਕਰ ਦਿੰਦਾ ਹੈ ਕਿ ਆਪਾਂ ਇੱਥੇ ਸੁਪਨਿਆਂ ਨੂੰ ਕਿਸੇ ਮਨੋਵਿਗਿਆਨਿਕ ਜਾਂ ਦੁਨਿਆਵੀ ਨਜ਼ਰੀਏ ਤੋਂ ਨਹੀਂ ਦੇਖ ਰਹੇ, ਬਲਕਿ ਇਹਨਾਂ ਨੂੰ ਇੱਕ ਇਲਾਹੀ ਸੰਚਾਰ ਦੇ ਸਾਧਨ ਵਜੋਂ ਦੇਖ ਰਹੇ ਹਾਂ। ਇਸ ਨਜ਼ਰੀਏ ਤੋਂ ਸੁਪਨਾ ਇੱਕ ਅਜਿਹਾ ਚੈਨਲ ਹੈ ਜਿਸ ਰਾਹੀਂ ਖੁਦ ਪਰਮੇਸ਼ਵਰ ਮਨੁੱਖ ਨਾਲ ਸੰਪਰਕ ਕਰਦਾ ਹੈ। ਠੀਕ ਹੈ, ਆਓ ਇਸ ਵਿੱਚ ਡੂੰਘਾਈ ਨਾਲ ਜਾਈਏ। ਆਪਾਂ ਇਸ ਪੂਰੇ ਵਿਸ਼ੇ ਨੂੰ ਸਮਝਣ ਲਈ 6 ਮੁੱਖ ਭਾਗਾਂ ਵਿੱਚ ਵੰਡਿਆ ਹੈ, ਠੀਕ ਉਸੇ ਤਰ੍ਹਾਂ ਜਿਵੇਂ ਸਾਡੇ ਸਰੋਤ ਵਿੱਚ ਦੱਸਿਆ ਗਿਆ ਹੈ। ਆਪਾਂ ਦੇਖਾਂਗੇ ਕਿ ਨੀਂਦ ਦੌਰਾਨ ਕਿਵੇਂ ਗੱਲਬਾਤ ਹੁੰਦੀ ਹੈ, ਇਹਨਾਂ ਸੁਪਨਿਆਂ ਨੂੰ ਪਰਖਣਾ ਕਿਉਂ ਜ਼ਰੂਰੀ ਹੈ, ਜਦੋਂ ਲੋਕ ਤੁਹਾਡਾ ਮਜ਼ਾਕ ਉਡਾਉਣ ਤਾਂ ਕੀ ਕਰਨਾ ਹੈ, ਅਤੇ ਕੀ ਇਹ ਸੰਦੇਸ਼ ਸਿਰਫ ਵਿਸ਼ਵਾਸੀਆਂ ਤੱਕ ਹੀ ਸੀਮਿਤ ਹਨ। ਇਸ ਤੋਂ ਇਲਾਵਾ ਆਪਾਂ ਇਲਾਹੀ ਚੇਤਾਵਨੀਆਂ ਅਤੇ ਸੁਪਨਿਆਂ ਦੀ ਸਹੀ ਵਿਆਖਿਆ ਲੱਭਣ ਦੇ ਨਿਯਮਾਂ ਨੂੰ ਵੀ ਸਮਝਾਂਗੇ। ਸੋ ਸ਼ੁਰੂਆਤ ਕਰਦੇ ਹਾਂ ਸਾਡੇ ਪਹਿਲੇ ਭਾਗ ਤੋਂ। ਜਦੋਂ ਮਨੁੱਖ ਸੌਂਦਾ ਹੈ ਤਾਂ ਪਰਮੇਸ਼ਰ ਗੱਲ ਕਰਦਾ ਹੈ। ਸਭ ਤੋਂ ਪਹਿਲਾ ਅਤੇ ਬੁਨਿਆਦੀ ਸਿਧਾਂਤ ਜੋ ਇਸ ਸਰੋਤ ਵਿੱਚ ਬਹੁਤ ਜ਼ੋਰ ਦੇ ਕੇ ਦੱਸਿਆ ਗਿਆ ਹੈ ਉਹ ਇਹ ਹੈ ਕਿ ਇਲਾਹੀ ਸੰਚਾਰ ਅਕਸਰ ਉਦੋਂ ਹੁੰਦਾ ਹੈ ਜਦੋਂ ਸਾਡਾ ਦਿਮਾਗ ਬਿਲਕੁਲ ਸ਼ਾਂਤ ਹੁੰਦਾ ਹੈ। ਦਿਨ ਭਰ ਦੀ ਭੱਜ-ਦੌੜ ਅਤੇ ਸ਼ੋਰ-ਸ਼ਰਾਬੇ ਤੋਂ ਦੂਰ ਜਦੋਂ ਸਰੀਰ ਡੂੰਘੀ ਨੀਂਦ ਵਿੱਚ ਹੁੰਦਾ ਹੈ ਤਾਂ ਮਨੁੱਖ ਇਲਾਹੀ ਆਵਾਜ਼ ਸੁਣਨ ਲਈ ਸਭ ਤੋਂ ਵੱਧ ਗ੍ਰਹਿਣਸ਼ੀਲ ਹੁੰਦਾ ਹੈ। ਮਤਲਬ ਸਰੋਤ ਇਹ ਬਿਲਕੁਲ ਸਪਸ਼ਟ ਕਰਦਾ ਹੈ ਕਿ ਇੱਕ ਆਤਮਿਕ ਸੁਪਨਾ ਕੋਈ ਦਿਮਾਗ ਵਿੱਚ ਚੱਲਣ ਵਾਲੀ ਆਮ ਫਿਲਮ ਨਹੀਂ ਹੈ। ਇਹ ਸਿੱਧਾ ਆਤਮਾ ਵਿੱਚ ਵਾਪਰਨ ਵਾਲੀ ਇੱਕ ਬਹੁਤ ਹੀ ਡੂੰਘੀ ਘਟਨਾ ਹੈ। ਇਸ ਦੌਰਾਨ ਵਿਅਕਤੀ ਸੱਚਮੁੱਚ ਖੁਸ਼ੀ, ਡਰ, ਥਕਾਵਟ ਜਾਂ ਤਾਂ ਕਿ ਪਸੀਨਾ ਆਉਣ ਵਰਗੀਆਂ ਅਸਲ ਭਾਵਨਾਵਾਂ ਮਹਿਸੂਸ ਕਰ ਸਕਦਾ ਹੈ। ਸਰੋਤ ਵਿੱਚ ਯਾਕੂਬ ਦੇ ਸੁਪਨੇ ਦਾ ਜ਼ਿਕਰ ਆਉਂਦਾ ਹੈ, ਜਿੱਥੇ ਉਸਨੇ ਸੁਪਨੇ ਵਿੱਚ ਨਾ ਸਿਰਫ ਇੱਕ ਆਵਾਜ਼ ਸੁਣੀ, ਸਗੋਂ ਸਰਗਰਮੀ ਨਾਲ ਜਵਾਬ ਵੀ ਦਿੱਤਾ ਕਿ ਮੈਂ ਇੱਥੇ ਹਾਂ। ਸੋਚ ਕੇ ਦੇਖੋ ਇਹ ਅਨੁਭਵ ਕਿੰਨਾ ਜ਼ਿਆਦਾ ਇੰਟਰੈਕਟਿਵ ਹੋ ਸਕਦਾ ਹੈ। ਹੁਣ ਵਧਦੇ ਹਾਂ ਦੂਜੇ ਭਾਗ ਵੱਲ, ਸੁਪਨਿਆਂ ਨੂੰ ਸਾਂਝਾ ਕਰਨਾ ਅਤੇ ਪਰਖਣਾ। ਹੁਣ ਜਦੋਂ ਆਪਾਂ ਨੂੰ ਸਮਝ ਆ ਗਿਆ ਹੈ ਕਿ ਆਤਮਿਕ ਸੁਪਨਾ ਕੀ ਹੁੰਦਾ ਹੈ ਤਾਂ ਸਵਾਲ ਇਹ ਉੱਠਦਾ ਹੈ ਕਿ ਜੇਕਰ ਕਿਸੇ ਨੂੰ ਅਜਿਹਾ ਸੁਪਨਾ ਆਉਂਦਾ ਹੈ ਤਾਂ ਉਸ ਨੂੰ ਕਰਨਾ ਕੀ ਚਾਹੀਦਾ ਹੈ। ਸਰੋਤ ਇਸ ਲਈ ਕੁਝ ਬਹੁਤ ਹੀ ਵਿਹਾਰਕ ਨਿਯਮ ਤੈਅ ਕਰਦਾ ਹੈ। ਪ੍ਰਵਚਨ ਬਹੁਤ ਸਪਸ਼ਟ ਤੌਰ ਤੇ ਨਿਰਦੇਸ਼ ਦਿੰਦਾ ਹੈ ਕਿ ਜੇਕਰ ਕੋਈ ਆਤਮਿਕ ਸੁਪਨਾ ਆਉਂਦਾ ਹੈ ਤਾਂ ਇਸ ਨੂੰ ਆਪਣੇ ਤੱਕ ਸੀਮਿਤ ਨਾ ਰੱਖੋ, ਇਸ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਬਹੁਤ ਜ਼ਰੂਰੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਯੂਸੁਫ ਨੇ ਆਪਣੇ ਸੁਪਨੇ ਆਪਣੇ ਪਰਿਵਾਰ ਨਾਲ ਸਾਂਝੇ ਕੀਤੇ ਸਨ। ਪਰ ਧਿਆਨ ਦਿਓ, ਸਾਂਝਾ ਕਰਨ ਦੇ ਨਾਲ-ਨਾਲ ਇੱਕ ਹੋਰ ਬਹੁਤ ਹੀ ਅਹਿਮ ਕਦਮ ਹੈ ਅਤੇ ਉਹ ਹੈ ਉਸ ਸੁਪਨੇ ਨੂੰ ਪਰਖਣਾ। ਹੁਣ ਇਸ ਸਲਾਈਡ ਬਾਰੇ ਜੋ ਸਭ ਤੋਂ ਦਿਲਚਸਪ ਗੱਲ ਹੈ ਉਹ ਇਹ ਹੈ ਕਿ ਸਰੋਤ ਵਿਵਸਥਾ ਸਾਰ ਯਾਨੀ ਕਿ ਡਿਊਟਰੋਨੋਮੀ ਦੀ ਕਿਤਾਬ ਵਿੱਚ ਇੱਕ ਬਹੁਤ ਹੀ ਸਿੱਧੀ ਚੇਤਾਵਨੀ ਪੇਸ਼ ਕਰਦਾ ਹੈ। ਜ਼ਰੂਰੀ ਨਹੀਂ ਕਿ ਹਰ ਸੁਪਨਾ ਇਲਾਹੀ ਹੀ ਹੋਵੇ। ਇੱਥੇ 2 ਪਹਿਲੂ ਨੇ। ਖੱਬੇ ਪਾਸੇ ਉਹ ਇਲਾਹੀ ਸੁਪਨੇ ਹਨ ਜੋ ਤੁਹਾਨੂੰ ਵਿਸ਼ਵਾਸ ਅਤੇ ਪਰਮੇਸ਼ਰ ਦੇ ਹੋਰ ਨੇੜੇ ਲੈ ਕੇ ਜਾਂਦੇ ਹਨ, ਪਰ ਸੱਜੇ ਪਾਸੇ ਧੋਖੇਬਾਜ਼ ਸੁਪਨੇ ਵੀ ਹੁੰਦੇ ਹਨ ਜੋ ਸਿਰਫ ਡਰ ਪੈਦਾ ਕਰਨ ਅਤੇ ਤੁਹਾਨੂੰ ਕੁਰਾਹੇ ਪਾਉਣ ਲਈ ਹੁੰਦੇ ਹਨ। ਇਸ ਲਈ ਸਰੋਤ ਪੂਰਾ ਜ਼ੋਰ ਦਿੰਦਾ ਹੈ ਕਿ ਸੁਪਨੇ ਕਿੱਥੋਂ ਆ ਰਹੇ ਹਨ ਇਸ ਦੀ ਪਰਖ ਕਰਨੀ ਲਾਜ਼ਮੀ ਹੈ ਤਾਂ ਜੋ ਤੁਸੀਂ ਸਹੀ ਰਸਤੇ ਤੋਂ ਭਟਕ ਨਾ ਜਾਓ। ਭਾਗ ਤੀਜਾ, ਅਵਿਸ਼ਵਾਸ ਅਤੇ ਮਜ਼ਾਕ ਦਾ ਸਾਹਮਣਾ ਕਰਨਾ। ਦੇਖੋ, ਜਦੋਂ ਕੋਈ ਆਪਣੇ ਅਜਿਹੇ ਡੂੰਘੇ ਅਧਿਆਤਮਿਕ ਸੁਪਨੇ ਸਾਂਝੇ ਕਰਦਾ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਲੋਕ ਤਾੜੀਆਂ ਮਾਰ ਕੇ ਉਸ ਦਾ ਸਵਾਗਤ ਕਰਨ। ਸਰੋਤ ਇਸ ਹਕੀਕਤ ਨੂੰ ਬਿਲਕੁਲ ਨਹੀਂ ਲੁਕਾਉਂਦਾ ਕਿ ਅਜਿਹੇ ਅਨੁਭਵ ਸਾਂਝੇ ਕਰਨ ਤੇ ਸਮਾਜਿਕ ਵਿਰੋਧ ਜਾਂ ਮਜ਼ਾਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਗੱਲ ਨੂੰ ਸਮਝਣ ਲਈ ਯੂਸੁਫ ਦੇ ਜੀਵਨ ਨੂੰ ਇੱਕ ਬਿਹਤਰੀਨ ਕੇਸ ਸਟੱਡੀ ਵਜੋਂ ਵਰਤਿਆ ਗਿਆ ਹੈ। ਜ਼ਰਾ ਸੋਚੋ, ਜਦੋਂ ਯੂਸੁਫ ਨੇ ਆਪਣਾ ਸੁਪਨਾ ਸਾਂਝਾ ਕੀਤਾ ਤਾਂ ਕੀ ਹੋਇਆ? ਉਸਦੇ ਆਪਣੇ ਪਿਤਾ ਨੇ ਉਸ ਨੂੰ ਛਿੜਕਿਆ, ਉਸਦੇ ਭਰਾਵਾਂ ਨੇ ਮਜ਼ਾਕ ਉਡਾਇਆ ਅਤੇ ਉਸ ਨੂੰ ਤਾਨੇ ਮਾਰਦੇ ਹੋਏ ਸੁਪਨੇ ਵੇਖਣ ਵਾਲਾ ਕਿਹਾ। ਗੱਲ ਇੱਥੋਂ ਤੱਕ ਵੱਧ ਗਈ ਕਿ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਤੱਕ ਰਚੀ ਗਈ। ਪਰ ਸਰੋਤ ਦਾ ਸੰਦੇਸ਼ ਇੱਥੇ ਬਿਲਕੁਲ ਸਪਸ਼ਟ ਹੈ। ਵਿਰੋਧ ਹੋਵੇ ਜਾਂ ਮਜ਼ਾਕ, ਜਿਸ ਨੂੰ ਇਹ ਸੁਪਨਾ ਆਇਆ ਹੈ ਉਸ ਨੂੰ ਆਪਣੇ ਵਿਸ਼ਵਾਸ ਵਿੱਚ ਪੂਰੀ ਤਰ੍ਹਾਂ ਦ੍ਰਿੜ ਰਹਿਣਾ ਚਾਹੀਦਾ ਹੈ। ਭਾਗ ਚੌਥਾ, ਗੈਰ ਵਿਸ਼ਵਾਸੀਆਂ ਲਈ ਸੰਦੇਸ਼। ਹੁਣ ਇੱਥੇ ਆ ਕੇ ਇਹ ਪ੍ਰਵਚਨ ਇੱਕ ਬਹੁਤ ਹੀ ਹੈਰਾਨੀਜਨਕ ਮੋੜ ਲੈਂਦਾ ਹੈ। ਸ਼ਾਇਦ ਬਹੁਤਿਆਂ ਨੂੰ ਲੱਗਦਾ ਹੋਵੇਗਾ
ਕਿ ਅਜਿਹੇ ਇਲਾਹੀ ਸੁਪਨੇ ਸਿਰਫ ਬਹੁਤ ਧਾਰਮਿਕ ਜਾਂ ਚੁਣੇ ਹੋਏ ਵਿਸ਼ਵਾਸੀਆਂ ਨੂੰ ਹੀ ਆਉਂਦੇ ਹਨ, ਹੈ ਨਾ? ਪਰ ਨਹੀਂ, ਸਰੋਤ ਇਸ ਧਾਰਨਾ ਨੂੰ ਸਿੱਧੇ ਤੌਰ ਤੇ ਨਕਾਰਦਾ ਹੈ। ਸਰੋਤ ਵਿੱਚੋਂ ਆਪਾਂ ਨੂੰ ਇੱਥੇ ਦੋ ਕਮਾਲ ਦੀਆਂ ਇਤਿਹਾਸਿਕ ਉਦਾਹਰਣਾਂ ਮਿਲਦੀਆਂ ਹਨ। ਪਹਿਲੀ ਉਦਾਹਰਣ ਹੈ ਅਭਿਮੇਲਕ ਦੀ, ਜੋ ਕਿ ਇੱਕ ਗੈਰ ਵਿਸ਼ਵਾਸੀ ਰਾਜਾ ਸੀ, ਪਰ ਫਿਰ ਵੀ ਉਸ ਨੂੰ ਸੁਪਨੇ ਰਾਹੀਂ ਅਬਰਾਹਮ ਦੀ ਪਤਨੀ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਿਆ ਗਿਆ ਤਾਂ ਜੋ ਉਹ ਇੱਕ ਵੱਡਾ ਪਾਪ ਕਰਨ ਤੋਂ ਬਚ ਸਕੇ। ਦੂਜੀ ਉਦਾਹਰਣ ਇੱਕ ਮਿਦਿਆਨੀ ਸਿਪਾਹੀ ਦੀ ਹੈ। ਉਹ ਦੁਸ਼ਮਣ ਦੇ ਕੈਂਪ ਵਿੱਚ ਸੀ, ਪਰ ਉਸਨੇ ਇੱਕ ਘੁੰਮਦੀ ਹੋਈ ਰੋਟੀ ਦਾ ਸੁਪਨਾ ਦੇਖਿਆ ਜੋ ਸਿੱਧੇ ਤੌਰ ਤੇ ਗਿਦਾਊਨ ਦੀ ਜਿੱਤ ਦੀ ਭਵਿੱਖਬਾਣੀ ਸੀ। ਇਹ ਸਾਫ਼ ਦਰਸਾਉਂਦਾ ਹੈ ਕਿ ਇਲਾਹੀ ਸੰਦੇਸ਼ ਕਿਸੇ ਵੀ ਸੱਭਿਆਚਾਰਕ ਜਾਂ ਧਾਰਮਿਕ ਹੱਦਾਂ ਨੂੰ ਪਾਰ ਕਰਕੇ ਆਪਣਾ ਕੰਮ ਕਰ ਸਕਦੇ ਹਨ। ਹੁਣ ਆਉਂਦੇ ਹਾਂ ਪੰਜਵੇਂ ਭਾਗ ਤੇ, ਚੇਤਾਵਨੀਆਂ ਅਤੇ ਇਲਾਹੀ ਮਾਰਗਦਰਸ਼ਨ। ਸਰੋਤ ਦੇ ਇਸ ਹਿੱਸੇ ਵਿੱਚ ਸੁਪਨਿਆਂ ਦੇ ਉਸ ਕੰਮ ਬਾਰੇ ਦੱਸਿਆ ਗਿਆ ਜੋ ਸਿੱਧਾ ਸਾਡੀ ਸੁਰੱਖਿਆ ਨਾਲ ਜੁੜਿਆ ਹੈ। ਸੁਪਨੇ ਸਿਰਫ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਨਹੀਂ ਕਰਦੇ, ਸਗੋਂ ਇਹ ਕਈ ਵਾਰ ਜ਼ਿੰਦਗੀ ਬਚਾਉਣ ਵਾਲੇ ਮਾਰਗਦਰਸ਼ਕ ਦਾ ਕੰਮ ਵੀ ਕਰਦੇ ਹਨ। ਅਤੇ ਇਹ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਦਰਸਾਉਂਦਾ ਹੈ ਕਿ ਕਿਵੇਂ ਇਲਾਹੀ ਮਾਰਗਦਰਸ਼ਨ ਬਿਲਕੁਲ ਲੜੀਵਾਰ ਕਦਮ ਦਰ ਕਦਮ ਕੰਮ ਕਰਦਾ ਹੈ। ਇੱਥੇ ਨਵੇਂ ਨੇਮ ਯਾਨੀ ਕਿ ਨਿਊ ਟੈਸਟੀਮੈਂਟ ਵਿੱਚੋਂ ਯੂਸੁਫ ਦੀ ਉਦਾਹਰਣ ਦਿੱਤੀ ਗਈ ਹੈ, ਜਦੋਂ ਉਸ ਨੂੰ ਬਾਲਕ ਯੀਸੂ ਨੂੰ ਬਚਾਉਣ ਲਈ ਮਾਰਗਦਰਸ਼ਨ ਮਿਲਿਆ। ਦੇਖੋ, ਪਹਿਲਾ ਸੁਪਨੇ ਰਾਹੀਂ ਮਿਸਰ ਭੱਜਣ ਦੀ ਚੇਤਾਵਨੀ ਦਿੱਤੀ ਗਈ, ਫਿਰ ਉੱਥੇ ਸੁਰੱਖਿਅਤ ਇੰਤਜ਼ਾਰ ਕਰਨ ਲਈ ਕਿਹਾ ਗਿਆ। ਉਸ ਤੋਂ ਬਾਅਦ ਰਾਜਾ ਹੈਰੋਦੇਸ ਦੀ ਮੌਤ ਦੀ ਸੂਚਨਾ ਦਿੱਤੀ ਗਈ ਅਤੇ ਅੰਤ ਵਿੱਚ ਸੁਰੱਖਿਅਤ ਵਾਪਸ ਪਰਤਣ ਦਾ ਸਿੱਧਾ ਆਦੇਸ਼ ਮਿਲਿਆ। ਇਹ ਪੂਰੀ ਤਰ੍ਹਾਂ ਨਾਲ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਦਾ ਇੱਕ ਇਲਾਹੀ ਢਾਂਚਾ ਹੈ। ਇੱਕ ਹੋਰ ਬਹੁਤ ਹੀ ਪ੍ਰਭਾਵਸ਼ਾਲੀ ਉਦਾਹਰਣ ਜੋ ਇਸ ਪ੍ਰਵਚਨ ਵਿੱਚ ਉਜਾਗਰ ਕੀਤੀ ਗਈ ਹੈ, ਉਹ ਹੈ ਪਿਲਾਤੁਸ ਦੀ ਪਤਨੀ ਦਾ ਸੁਪਨਾ। ਜਿਸ ਵੇਲੇ ਯੀਸੂ ਉੱਤੇ ਮੁਕੱਦਮਾ ਚੱਲ ਰਿਹਾ ਸੀ ਅਤੇ ਉਹਨਾਂ ਤੇ ਝੂਠੇ ਦੋਸ਼ ਲਗਾਏ ਜਾ ਰਹੇ ਸਨ, ਠੀਕ ਉਸੇ ਸਮੇਂ ਪਿਲਾਤੁਸ ਦੀ ਪਤਨੀ ਨੂੰ ਸੁਪਨੇ ਵਿੱਚ ਬਹੁਤ ਕਸ਼ਟ ਹੋਇਆ ਅਤੇ ਉਸ ਨੂੰ ਇਹ ਸੱਚਾਈ ਦੱਸੀ ਗਈ ਕਿ ਯੀਸੂ ਬਿਲਕੁਲ ਬੇਕਸੂਰ ਅਤੇ ਇੱਕ ਧਰਮੀ ਮਨੁੱਖ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਇੱਕ ਬੇਹੱਦ ਮਹੱਤਵਪੂਰਨ ਨਿਆਇਕ ਪਲ ਤੇ ਸੱਚਾਈ ਸਾਹਮਣੇ ਲਿਆਉਣ ਲਈ ਇੱਕ ਸੁਪਨੇ ਦੀ ਵਰਤੋਂ ਕੀਤੀ ਗਈ। ਅਤੇ ਹੁਣ ਸਾਡਾ ਆਖਰੀ 6ਵਾਂ ਭਾਗ, ਸੱਚੀ ਵਿਆਖਿਆ ਦੀ ਭਾਲ। ਹੁਣ ਆਪਾਂ ਇਸ ਵਿਸ਼ਲੇਸ਼ਣ ਦੇ ਸਭ ਤੋਂ ਮਹੱਤਵਪੂਰਨ ਸੰਕਲਪ ਵੱਲ ਵਧਦੇ ਹਾਂ। ਫਰਜ਼ ਕਰੋ ਤੁਹਾਨੂੰ ਕੋਈ ਬਹੁਤ ਹੀ ਰਹੱਸਮਈ ਜਾਂ ਅਜੀਬ ਜਿਹੇ ਪ੍ਰਤੀਕਾਂ ਵਾਲਾ ਸੁਪਨਾ ਆਉਂਦਾ ਹੈ, ਤਾਂ ਉਸ ਦਾ ਸਹੀ ਅਰਥ ਕਿਵੇਂ ਕੱਢਿਆ ਜਾਵੇ? ਕੌਣ ਦੱਸੇਗਾ ਕਿ ਇਸ ਦਾ ਮਤਲਬ ਕੀ ਹੈ? ਸਰੋਤ ਇੱਥੇ ਬਹੁਤ ਹੀ ਦ੍ਰਿੜਤਾ ਨਾਲ ਇੱਕ ਦਾਅਵਾ ਕਰਦਾ ਹੈ। ਉਹ ਕਹਿੰਦਾ ਹੈ ਕਿ ਅਸਲੀ ਵਿਆਖਿਆ ਯਾਨੀ ਸਹੀ ਅਰਥ ਕੱਢਣ ਦੀ ਤਾਕਤ ਕਿਸੇ ਜਾਦੂ ਟੂਣੇ, ਦੁਨਿਆਵੀ ਜੋਤਿਸ਼ੀਆਂ ਜਾਂ ਤਾਰਿਆਂ ਦੀ ਗਿਣਤੀ ਕਰਨ ਵਾਲਿਆਂ ਕੋਲ ਬਿਲਕੁਲ ਨਹੀਂ ਹੈ। ਇਹ ਹੱਕ ਸਿਰਫ ਅਤੇ ਸਿਰਫ ਪਰਮੇਸ਼ਰ ਦਾ ਹੈ। ਬਾਈਬਲ ਦੇ ਇਤਿਹਾਸ ਵਿੱਚ ਦੇਖ ਲਓ, ਜਦੋਂ ਵੱਡੇ-ਵੱਡੇ ਰਾਜਿਆਂ ਨੂੰ ਗੁੰਝਲਦਾਰ ਸੁਪਨੇ ਆਏ ਤਾਂ ਦਰਬਾਰ ਦੇ ਸਾਰੇ ਵੱਡੇ ਗਿਆਨੀ ਅਤੇ ਜਾਦੂਗਰ ਫੇਲ ਹੋ ਗਏ। ਸਿਰਫ ਯੂਸੁਫ ਅਤੇ ਦਾਨੀਏਲ ਵਰਗੇ ਅਧਿਆਤਮਿਕ ਵਿਅਕਤੀ ਹੀ ਉਹਨਾਂ ਸੁਪਨਿਆਂ ਦਾ ਭੇਦ ਖੋਲ ਸਕੇ, ਕਿਉਂਕਿ ਉਹਨਾਂ ਕੋਲੇ ਇਲਾਹੀ ਗਿਆਨ ਸੀ। ਤਾਂ ਫਿਰ ਸੱਚੀ ਇਲਾਹੀ ਵਿਆਖਿਆ ਦੀਆਂ ਨਿਸ਼ਾਨੀਆਂ ਕੀ ਹਨ? ਸਰੋਤ ਕੁਝ ਖਾਸ ਨਿਯਮ ਦੱਸਦਾ ਹੈ। ਉਦਾਹਰਣ ਵਜੋਂ, ਜੇਕਰ ਕੋਈ ਸੁਪਨਾ ਬਾਰ-ਬਾਰ ਆ ਰਿਹਾ ਹੈ, ਜਿਵੇਂ ਮਿਸਰ ਦੇ ਰਾਜੇ ਫਿਰੌਨ ਨੂੰ ਆਇਆ ਸੀ ਜਾਂ ਯੂਸੁਫ ਦੇ ਤਾਰਿਆਂ ਵਾਲੇ ਸੁਪਨੇ, ਤਾਂ ਇਹ ਇਲਾਹੀ ਤੌਰ ਤੇ ਇਸ ਗੱਲ ਦੀ ਪੱਕੀ ਮੋਹਰ ਹੈ ਕਿ ਇਹ ਗੱਲ ਬਹੁਤ ਜ਼ਰੂਰੀ ਹੈ ਅਤੇ ਹੋ ਕੇ ਰਹੇਗੀ। ਇੱਥੋਂ ਤੱਕ ਕਿ ਜੇਕਰ ਕੋਈ ਆਪਣਾ ਸੁਪਨਾ ਦੇਖ ਕੇ ਭੁੱਲ ਵੀ ਜਾਵੇ, ਜਿਵੇਂ ਰਾਜਾ ਨਬੂਕਦਨਸਰ ਭੁੱਲ ਗਿਆ ਸੀ, ਤਾਂ ਪਰਮੇਸ਼ਰ ਕੋਲ ਉਸ ਸੁਪਨੇ ਨੂੰ ਦੁਬਾਰਾ ਯਾਦ ਕਰਵਾਉਣ ਅਤੇ ਭਵਿੱਖ ਦੇ ਡੂੰਘੇ ਭੇਦ ਖੋਲ੍ਹਣ ਦੀ ਪੂਰੀ ਸਮਰੱਥਾ ਹੈ। ਸੋ ਸਰੋਤ ਸਮੱਗਰੀ ਦੇ ਆਧਾਰ ਤੇ ਤਿਆਰ ਕੀਤੇ ਗਏ ਸੁਪਨਿਆਂ ਦੇ ਇਸ ਪੂਰੇ ਢਾਂਚੇ ਨੂੰ ਸਮਝਣ ਤੋਂ ਬਾਅਦ ਹੁਣ ਆਪਾਂ ਇੱਕ ਬਹੁਤ ਹੀ ਡੂੰਘੇ ਸਵਾਲ ਤੇ ਆ ਕੇ ਰੁਕਦੇ ਹਾਂ। ਜਦੋਂ ਤੁਹਾਨੂੰ ਸੁਪਨਿਆਂ ਰਾਹੀਂ ਅਣਜਾਣ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤੇ ਕੀ ਤੁਸੀਂ ਜਵਾਬਾਂ ਲਈ ਆਮ ਦੁਨਿਆਵੀ ਤਰੀਕਿਆਂ ਵੱਲ ਦੇਖਦੇ ਹੋ ਜਾਂ ਉਸ ਅਗਵਾਈ ਦੀ ਭਾਲ ਕਰਦੇ ਹੋ ਜਿਸ ਨੂੰ ਇਹ ਪ੍ਰਵਚਨ ਪੂਰੀ ਤਰ੍ਹਾਂ ਇਲਾਹੀ ਦੱਸਦਾ ਹੈ? ਇਹ ਪੂਰਾ ਵਿਸ਼ਲੇਸ਼ਣ ਇਹ ਗੱਲ ਬਿਲਕੁਲ ਸਾਫ਼ ਕਰ ਦਿੰਦਾ ਹੈ ਕਿ ਸੱਚੀ ਵਿਆਖਿਆ ਕੋਈ ਇਨਸਾਨੀ ਕਲਾ ਨਹੀਂ, ਬਲਕਿ ਇੱਕ ਇਲਾਹੀ ਕਾਰਜ ਹੈ। ਮੈਨੂੰ ਪੂਰੀ ਉਮੀਦ ਹੈ ਕਿ ਬਾਈਬਲ ਵਿੱਚ ਸੁਪਨਿਆਂ ਦੇ ਢਾਂਚੇ ਦਾ ਇਹ ਵਿਸ਼ਲੇਸ਼ਣ ਤੁਹਾਡੇ ਸਭਨਾਂ ਲਈ ਬਹੁਤ ਦਿਲਚਸਪ ਅਤੇ ਕੁਝ ਨਵਾਂ ਸੋਚਣ ਲਈ ਮਜਬੂਰ ਕਰਨ ਵਾਲਾ ਰਿਹਾ ਹੋਵੇਗਾ।